फ्रेंड्स और वीडियोस के लिए हमारे इस चैनल को सब्सक्राइब करें और बेल आइकन को भी जरूर दबाएं। ਹੈਲੋ ਫਰੈਂਡਸ, ਵੈਲਕਮ ਟੂ ਮਾਈ YouTube ਚੈਨਲ। ਫਰੈਂਡਸ, ਅੱਜ ਦੀ ਵੀਡੀਓ ਵਿੱਚ ਅਸੀਂ ਹਿਸਟਰੀ ਦੇ ਇੰਪੋਰਟੈਂਟ ਕੁਐਸਚਨ ਕਰਨ ਵਾਲੇ ਹਾਂ ਜੀ, ਜਿਹੜੇ ਕਿ SST ਦੇ ਮਾਸਟਰ ਕੰਟੈਂਟ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੋਣਗੇ ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ। ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ ਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਜਿਹੜਾ ਕੁਐਸਚਨ ਹੈ ਜੀ ਉਹ ਹੈ, ਇਹਨਾਂ ਵਿੱਚੋਂ ਕਿਹੜੇ ਅਧਿਨਿਯਮ ਨੂੰ ਸੈਂਟ ਹੈਲੇਨਾ ਅਧਿਨਿਯਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ? ਤਾਂ ਇਹਨਾਂ ਵਿੱਚ ਦੱਸਣਾ ਜੀ ਕਿਹੜਾ ਅਧਿਨਿਯਮ ਸੀ, ਕਿਹੜਾ ਐਕਟ ਸੀ ਜਿਸ ਨੂੰ ਸੈਂਟ ਹੈਲੇਨਾ ਅਧਿਨਿਯਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਇਹ ਆਪਸ਼ਨ ਹੈ ਜੀ 1826 ਅਧਿਨਿਯਮ, ਬੀ ਆਪਸ਼ਨ 1833 ਅਧਿਨਿਯਮ, ਸੀ ਆਪਸ਼ਨ ਹੈ 1845 ਅਧਿਨਿਯਮ ਤੇ ਡੀ ਆਪਸ਼ਨ ਹੈ 1858 ਅਧਿਨਿਯਮ। ਤਾਂ ਕਿਸ ਨੂੰ ਜਾਣਿਆ ਜਾਂਦਾ ਸੀ ਜੀ ਸੈਂਟ ਹੈਲੇਨਾ ਅਧਿਨਿਯਮ ਦੇ ਨਾਂ ਤੇ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ 1833 ਅਧਿਨਿਯਮ। ਠੀਕ ਹੈ ਜੀ, 1833 ਐਕਟ ਨੂੰ ਸੈਂਟ ਹੈਲੇਨਾ ਅਧਿਨਿਯਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜੇ ਸਾਲ ਅਖਿਲ ਭਾਰਤੀ ਕਿਸਾਨ ਸਭਾ ਦੀ ਸਥਾਪਨਾ ਕੀਤੀ ਗਈ ਸੀ? ਤਾਂ ਕਦੋਂ ਕੀਤੀ ਗਈ ਸੀ ਜੀ ਅਖਿਲ ਭਾਰਤੀ ਕਿਸਾਨ ਸਭਾ ਦੀ ਸਥਾਪਨਾ? ਤਾਂ ਇਹ ਆਪਸ਼ਨ ਹੈ ਜੀ 1942, ਬੀ ਆਪਸ਼ਨ ਹੈ 1938, ਸੀ ਆਪਸ਼ਨ ਹੈ 1936, ਡੀ ਆਪਸ਼ਨ ਹੈ 1955। ਤਾਂ ਕਦੋਂ ਕੀਤੀ ਗਈ ਸੀ ਜੀ ਅਖਿਲ ਭਾਰਤੀ ਕਿਸਾਨ ਸਭਾ ਦੀ ਸਥਾਪਨਾ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ 1936 ਨੂੰ। ਠੀਕ ਹੈ ਜੀ, 1936 ਵਿੱਚ ਅਖਿਲ ਭਾਰਤੀ ਕਿਸਾਨ ਸਭਾ ਦੀ ਸਥਾਪਨਾ ਕੀਤੀ ਗਈ ਸੀ। ਨੈਕਸਟ ਹੈ ਜੀ, ਭਾਰਤ ਵਿੱਚ ਮੁਸਲਮਾਨਾਂ ਦੁਆਰਾ ਚਲਾਇਆ ਗਿਆ ਖਿਲਾਫਤ ਅੰਦੋਲਨ ਕਿਹੜੇ ਸਾਲ ਸ਼ੁਰੂ ਹੋਇਆ ਸੀ? ਤਾਂ ਜਿਹੜਾ ਭਾਰਤ ਵਿੱਚ ਮੁਸਲਮਾਨਾਂ ਦੁਆਰਾ ਚਲਾਇਆ ਗਿਆ ਸੀ ਜੀ ਖਿਲਾਫਤ ਅੰਦੋਲਨ, ਤਾਂ ਉਹ ਕਿਹੜੇ ਸਾਲ ਸ਼ੁਰੂ ਹੋਇਆ ਸੀ? ਤਾਂ ਇਹ ਆਪਸ਼ਨ ਹੈ ਜੀ 1919, ਬੀ ਆਪਸ਼ਨ ਹੈ 1913, ਸੀ ਆਪਸ਼ਨ ਹੈ 1921, ਡੀ ਆਪਸ਼ਨ ਹੈ 1927। ਤਾਂ ਕਦੋਂ ਸ਼ੁਰੂ ਹੋਇਆ ਸੀ ਜੀ ਖਿਲਾਫਤ ਅੰਦੋਲਨ ਜਿਹੜਾ ਕਿ ਮੁਸਲਮਾਨਾਂ ਦੁਆਰਾ ਚਲਾਇਆ ਗਿਆ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ 1919 ਵਿੱਚ। ਠੀਕ ਹੈ ਜੀ, 1919 ਵਿੱਚ ਜਿਹੜਾ ਹੈ ਭਾਰਤ ਵਿੱਚ ਮੁਸਲਮਾਨਾਂ ਦੁਆਰਾ ਖਿਲਾਫਤ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਐਲੋਰਾ ਵਿੱਚ ਪ੍ਰਸਿੱਧ ਸ਼ਿਵ ਮੰਦਿਰ ਦਾ ਨਿਰਮਾਣ ਨਿਮਨਲਿਖਤ ਵਿੱਚੋਂ ਕਿਹੜੇ ਸ਼ਾਸਕ ਨੇ ਕਰਵਾਇਆ ਸੀ? ਤਾਂ ਐਲੋਰਾ ਵਿੱਚ ਪ੍ਰਸਿੱਧ ਜਿਹੜਾ ਸ਼ਿਵ ਮੰਦਿਰ ਹੈ ਜੀ ਉਸ ਦਾ ਨਿਰਮਾਣ ਨਿਮਨਲਿਖਤ ਵਿੱਚੋਂ ਕਿਹੜਾ ਸ਼ਾਸਕ ਸੀ ਜਿਸ ਨੇ ਕਰਵਾਇਆ ਸੀ? ਤਾਂ ਇਹ ਆਪਸ਼ਨ ਹੈ ਜੀ ਚੰਦਰਗੁਪਤ ਮੌਰਿਆ, ਬੀ ਆਪਸ਼ਨ ਹੈ ਮੁਹੰਮਦ ਗੌਰੀ, ਸੀ ਆਪਸ਼ਨ ਹੈ ਮੁਹੰਮਦ ਬਿਨ ਤੁਗਲਕ, ਡੀ ਆਪਸ਼ਨ ਹੈ ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਪਹਿਲਾ ਜਿਹੜਾ ਸੀ ਜੀ। ਤਾਂ ਕਿਸ ਨੇ ਕਰਵਾਇਆ ਸੀ ਸ਼ਿਵ ਮੰਦਿਰ ਨਿਰਮਾਣ ਐਲੋਰਾ ਵਿੱਚ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਡੀ ਆਪਸ਼ਨ ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਜਿਹੜਾ ਪਹਿਲਾ ਸੀ। ਠੀਕ ਹੈ ਜੀ, ਕ੍ਰਿਸ਼ਨ ਪਹਿਲੇ ਨੇ ਸ਼ਿਵ ਮੰਦਿਰ ਨਿਰਮਾਣ ਕਰਵਾਇਆ ਸੀ। ਨੈਕਸਟ ਕੁਐਸਚਨ ਹੈ ਜੀ, ਪ੍ਰਸਿੱਧ ਫਾਰਸੀ ਕਵੀ ਅਮੀਰ ਖੁਸਰੋ ਇਹਨਾਂ ਵਿੱਚੋਂ ਕਿਸ ਦੇ ਦਰਬਾਰ ਦਾ ਮੈਂਬਰ ਸੀ? ਤਾਂ ਜਿਹੜਾ ਅਮੀਰ ਖੁਸਰੋ ਸੀ ਜੀ ਉਹ ਪ੍ਰਸਿੱਧ ਫਾਰਸੀ ਕਵੀ ਸੀ, ਤਾਂ ਇਹਨਾਂ ਵਿੱਚੋਂ ਕਿਸ ਦੇ ਦਰਬਾਰ ਦਾ ਮੈਂਬਰ ਸੀ ਉਹ? ਤਾਂ ਇਹ ਆਪਸ਼ਨ ਹੈ ਸ਼ਾਹਜਹਾਂ, ਬੀ ਆਪਸ਼ਨ ਹੈ ਕੁਤੁਬਦੀਨ ਐਬਕ, ਸੀ ਆਪਸ਼ਨ ਹੈ ਬਾਬਰ, ਡੀ ਆਪਸ਼ਨ ਹੈ ਅਲਾਉਦੀਨ ਖਿਲਜੀ। ਤਾਂ ਅਮੀਰ ਖੁਸਰੋ ਕਿਸ ਦੇ ਦਰਬਾਰ ਦਾ ਮੈਂਬਰ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਡੀ ਆਪਸ਼ਨ ਅਲਾਉਦੀਨ ਖਿਲਜੀ ਦਾ। ਠੀਕ ਹੈ ਜੀ, ਪ੍ਰਸਿੱਧ ਫਾਰਸੀ ਕਵੀ ਅਮੀਰ ਖੁਸਰੋ ਅਲਾਉਦੀਨ ਖਿਲਜੀ ਦੇ ਦਰਬਾਰ ਦਾ ਮੈਂਬਰ ਸੀ। ਨੈਕਸਟ ਕੁਐਸਚਨ ਹੈ ਜੀ, 1964 ਵਿੱਚ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਭਾਰਤ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਕੌਣ ਬਣੇ ਸਨ? ਤਾਂ ਜਵਾਹਰ ਲਾਲ ਨਹਿਰੂ ਜੀ ਦੀ ਮੌਤ ਤੋਂ ਬਾਅਦ ਭਾਰਤ ਦੇ ਜਿਹੜੇ ਕਾਰਜਵਾਹਕ ਪ੍ਰਧਾਨ ਮੰਤਰੀ ਸਨ ਕੌਣ ਬਣੇ ਸਨ ਜੀ? ਤਾਂ ਇਹ ਆਪਸ਼ਨ ਹੈ ਮੋਰਾਰਜੀ ਦੇਸਾਈ, ਬੀ ਆਪਸ਼ਨ ਹੈ VP ਸਿੰਘ, ਸੀ ਆਪਸ਼ਨ ਹੈ ਗੁਲਜ਼ਾਰੀ ਲਾਲ ਨੰਦਾ, ਡੀ ਆਪਸ਼ਨ ਹੈ ਚਰਨ ਸਿੰਘ। ਤਾਂ ਕੌਣ ਬਣੇ ਸਨ ਜੀ ਕਾਰਜਵਾਹਕ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ ਗੁਲਜ਼ਾਰੀ ਲਾਲ ਨੰਦਾ। ਠੀਕ ਹੈ ਜੀ, ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਭਾਰਤ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਗੁਲਜ਼ਾਰੀ ਲਾਲ ਨੰਦਾ ਬਣੇ ਸਨ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਪੋਖਰਨ ਦਾ ਪਹਿਲਾ ਪਰਮਾਣੂ ਪ੍ਰੀਖਣ ਕਦੋਂ ਕੀਤਾ ਗਿਆ ਸੀ? ਤਾਂ ਪੋਖਰਨ ਦਾ ਪਰਮਾਣੂ ਪ੍ਰੀਖਣ ਕੀਤਾ ਗਿਆ ਸੀ ਜੀ, ਤਾਂ ਉਹ ਕਦੋਂ ਕੀਤਾ ਗਿਆ ਸੀ? ਤਾਂ ਇਹ ਆਪਸ਼ਨ ਹੈ 1974 ਵਿੱਚ, ਬੀ ਆਪਸ਼ਨ ਹੈ 1975, ਸੀ ਆਪਸ਼ਨ ਹੈ 1976, ਡੀ ਆਪਸ਼ਨ ਹੈ 1977। ਤਾਂ ਪੋਖਰਨ ਦਾ ਪਹਿਲਾ ਪਰਮਾਣੂ ਪ੍ਰੀਖਣ ਜਿਹੜਾ ਕੀਤਾ ਗਿਆ ਸੀ ਉਹ ਕਦੋਂ ਕੀਤਾ ਗਿਆ ਸੀ? ਤਾਂ ਇਸ ਦਾ ਰਾਈਟ ਆਨਸਰ ਹੋਵੇਗਾ
ए ऑप्शन 1974 ਵਿੱਚ, ਠੀਕ ਹੈ ਜੀ। 1974 ਵਿੱਚ ਪੋਖਰਨ ਦਾ ਪਹਿਲਾ ਪਰਮਾਣੂ ਪਰੀਖਣ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਪੋਖਰਨ ਦੇ ਪਹਿਲੇ ਪਰਮਾਣੂ ਪਰੀਖਣ ਨੂੰ ਕੀ ਕੋਡ ਦਿੱਤਾ ਗਿਆ ਸੀ? ਤਾਂ ਪੋਖਰਨ ਦਾ ਜਿਹੜਾ ਪਹਿਲਾ ਪਰਮਾਣੂ ਪਰੀਖਣ ਹੋਇਆ ਸੀ ਜੀ, ਉਸਨੂੰ ਕੋਡ ਦਿੱਤਾ ਗਿਆ ਸੀ। ਤਾਂ ਕੀ ਕੋਡ ਦਿੱਤਾ ਗਿਆ ਸੀ? ਤਾਂ ਏ ਆਪਸ਼ਨ ਹੈ ਲਾਫਿੰਗ ਬੁੱਧਾ, ਬੀ ਆਪਸ਼ਨ ਹੈ ਡਾਂਸਿੰਗ ਬੁੱਧਾ, ਸੀ ਆਪਸ਼ਨ ਹੈ ਬਲੇਸਿੰਗ ਬੁੱਧਾ, ਡੀ ਆਪਸ਼ਨ ਹੈ ਸਮਾਈਲਿੰਗ ਬੁੱਧਾ। ਤਾਂ ਪੋਖਰਨ ਦੇ ਪਹਿਲੇ ਪਰਮਾਣੂ ਪਰੀਖਣ ਨੂੰ ਕੀ ਕੋਡ ਦਿੱਤਾ ਗਿਆ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ ਸਮਾਈਲਿੰਗ ਬੁੱਧਾ, ਠੀਕ ਹੈ ਜੀ। ਪੋਖਰਨ ਦੇ ਪਹਿਲੇ ਪਰਮਾਣੂ ਪਰੀਖਣ ਨੂੰ ਸਮਾਈਲਿੰਗ ਬੁੱਧਾ ਨਾਂ ਦਾ ਕੋਡ ਦਿੱਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਅਸਹਿਯੋਗ ਅੰਦੋਲਨ ਨਿਮਨਲਿਖਤ ਵਿੱਚੋਂ ਕਿਹੜੇ ਸਾਲ ਸ਼ੁਰੂ ਕੀਤਾ ਗਿਆ ਸੀ? ਤਾਂ ਅਸਹਿਯੋਗ ਅੰਦੋਲਨ ਜਿਹੜਾ ਹੈ ਜੀ, ਇਹਨਾਂ ਵਿੱਚ ਦੱਸਣਾ ਹੈ ਕਿਹੜੇ ਸਾਲ ਸ਼ੁਰੂ ਕੀਤਾ ਗਿਆ ਸੀ। ਤਾਂ ਏ ਆਪਸ਼ਨ ਹੈ 1920, ਬੀ ਆਪਸ਼ਨ ਹੈ 1877, ਸੀ ਆਪਸ਼ਨ ਹੈ 1919, ਡੀ ਆਪਸ਼ਨ ਹੈ 1856। ਤਾਂ ਅਸਹਿਯੋਗ ਅੰਦੋਲਨ ਕਦੋਂ ਸ਼ੁਰੂ ਕੀਤਾ ਗਿਆ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਏ ਆਪਸ਼ਨ 1920 ਦੇ ਵਿੱਚ, ਠੀਕ ਹੈ ਜੀ। ਅਸਹਿਯੋਗ ਅੰਦੋਲਨ ਜਿਹੜਾ ਸੀ ਉਹ 1920 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਭਾਰਤ ਵਿੱਚ ਪਹਿਲੀ ਕਪਾਹ ਮਿੱਲ ਕਦੋਂ ਸਥਾਪਿਤ ਕੀਤੀ ਗਈ ਸੀ? ਤਾਂ ਜਿਹੜੀ ਪਹਿਲੀ ਕਾਟਨ ਮਿਲ ਸੀ ਜੀ, ਕਪਾਹ ਮਿਲ ਸੀ ਭਾਰਤ ਵਿੱਚ, ਕਦੋਂ ਸਥਾਪਿਤ ਕੀਤੀ ਗਈ ਸੀ, ਕਿਹੜੇ ਸਾਲ? ਤਾਂ ਏ ਆਪਸ਼ਨ ਹੈ ਜੀ 1852, ਬੀ ਆਪਸ਼ਨ ਹੈ 1854, ਸੀ ਆਪਸ਼ਨ 1856, ਡੀ ਆਪਸ਼ਨ 1858। ਤਾਂ ਜਿਹੜੀ ਪਹਿਲੀ ਕਪਾਹ ਮਿਲ ਸੀ ਜੀ ਭਾਰਤ ਵਿੱਚ ਉਹ ਕਦੋਂ ਸਥਾਪਿਤ ਕੀਤੀ ਗਈ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ 1854 ਵਿੱਚ, ਠੀਕ ਹੈ ਜੀ। ਭਾਰਤ ਵਿੱਚ ਪਹਿਲੀ ਕਪਾਹ ਮਿਲ ਜਿਹੜੀ ਸੀ ਉਹ 1854 ਵਿੱਚ ਸਥਾਪਿਤ ਕੀਤੀ ਗਈ ਸੀ। ਪਰ ਤੁਹਾਨੂੰ ਮੈਂ ਵੀ ਦੱਸ ਦੇਵਾਂ ਕਿ 1818 ਵਿੱਚ ਵੀ ਕਪਾਹ ਮਿਲ ਲਗਾਈ ਗਈ ਸੀ, ਪਰ ਉਹ ਫੇਲੀਅਰ ਹੋ ਗਈ ਸੀ, ਕਾਮਯਾਬ ਨਹੀਂ ਹੋ ਸਕੀ ਸੀ, ਇਸ ਲਈ ਉਸਨੂੰ ਨਹੀਂ ਗਿਣਿਆ ਜਾਂਦਾ। ਜਿਹੜੀ ਕਾਮਯਾਬ ਹੋਈ ਸੀ ਉਹ 1854 ਵਿੱਚ ਹੋਈ ਸੀ, ਇਸ ਲਈ ਜਿਹੜੀ ਪਹਿਲੀ ਕਪਾਹ ਮਿਲ ਮੰਨੀ ਜਾਂਦੀ ਹੈ ਉਹ 1854 ਵਿੱਚ ਮੰਨੀ ਜਾਂਦੀ ਹੈ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਭੌਤਿਕੀ ਦਾ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਿਲਾ ਕੌਣ ਸੀ? ਤਾਂ ਫਸਟ ਲੇਡੀ ਕੌਣ ਸੀ ਜੀ ਜਿਸ ਨੇ ਕਿ ਫਿਜ਼ਿਕਸ ਦੇ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ? ਤਾਂ ਏ ਆਪਸ਼ਨ ਹੈ ਜੇਨ ਐਡਮਸ, ਬੀ ਆਪਸ਼ਨ ਹੈ ਮੇਰੀ ਕਿਊਰੀ, ਸੀ ਆਪਸ਼ਨ ਹੈ ਜੋਡੀ ਵਿਲੀਅਮਸ, ਡੀ ਆਪਸ਼ਨ ਹੈ ਆਲਵਾ ਮੈਰਦਲ। ਤਾਂ ਕੌਣ ਸੀ ਜੀ, ਕਿਹੜੀ ਫਸਟ ਲੇਡੀ ਸੀ ਜਿਸ ਨੇ ਕਿ ਨੋਬਲ ਪ੍ਰਾਈਜ਼ ਜਿੱਤਿਆ ਸੀ, ਨੋਬਲ ਪੁਰਸਕਾਰ ਜਿੱਤਿਆ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਮੈਰੀ ਕੁਏਰੀ, ਠੀਕ ਹੈ ਜੀ। ਮੈਰੀ ਕੁਏਰੀ ਨੇ ਭੌਤਿਕੀ ਦਾ ਨੋਬਲ ਪੁਰਸਕਾਰ ਜਿਹੜੀ ਜਿੱਤਿਆ ਸੀ, ਉਹ ਪਹਿਲੀ ਮਹਿਲਾ ਸੀ ਜਿਸ ਨੇ ਜਿੱਤਿਆ ਸੀ। ਨੈਕਸਟ ਕੁਐਸਚਨ ਹੈ ਜੀ, ਮੈਰੀ ਕਿਊਰੀ ਨੂੰ ਨੋਬਲ ਪੁਰਸਕਾਰ ਕਿਹੜੇ ਸਾਲ ਦਿੱਤਾ ਗਿਆ ਸੀ? ਤਾਂ ਉਸਨੇ ਜਿਹੜਾ ਪੁਰਸਕਾਰ ਜਿੱਤਿਆ ਸੀ, ਫਸਟ ਲੇਡੀ ਸੀ ਉਹ ਨੋਬਲ ਪੁਰਸਕਾਰ ਜਿੱਤਣ ਵਾਲੀ, ਤਾਂ ਉਹ ਕਿਹੜੇ ਸਾਲ ਜਿੱਤਿਆ ਸੀ? ਤਾਂ ਇਹ ਆਪਸ਼ਨ ਹੈ ਜੀ 1903, ਬੀ ਆਪਸ਼ਨ ਹੈ 1904, ਸੀ ਆਪਸ਼ਨ ਹੈ 1905, ਡੀ ਆਪਸ਼ਨ ਹੈ 1906। ਤਾਂ ਕਦੋਂ ਮਿਲਿਆ ਸੀ ਜੀ ਨੋਬਲ ਪੁਰਸਕਾਰ ਮੈਰੀ ਕਿਊਰੀ ਨੂੰ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ 1903 ਦੇ ਵਿੱਚ। ਮੈਰੀ ਕਿਊਰੀ ਨੂੰ ਨੋਬਲ ਪੁਰਸਕਾਰ ਜਿਹੜਾ ਹੈ ਉਹ 1903 ਵਿੱਚ ਦਿੱਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਮੈਕਾਲੇ ਸੰਮਤੀ ਦੀ ਸਿਫਾਰਿਸ਼ਾਂ ਦੇ ਆਧਾਰ ਤੇ ਭਾਰਤੀ ਸਿਵਲ ਸੇਵਾ ਦੀ ਭਰਤੀ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਕਦੋਂ ਲਾਗੂ ਕੀਤਾ ਗਿਆ ਸੀ? ਤਾਂ ਮੈਕਾਲੇ ਸਮਿਤੀ ਦਾ ਗਠਨ ਕੀਤਾ ਗਿਆ ਸੀ ਜੀ ਪਹਿਲਾਂ, ਤੇ ਉਹਨਾਂ ਦੀ ਸਿਫਾਰਿਸ਼ ਦੇ ਆਧਾਰ ਤੇ ਕੀ ਹੋਇਆ ਸੀ ਕਿ ਭਾਰਤੀ ਸਿਵਲ ਸੇਵਾ ਦੀ ਭਰਤੀ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਲਾਗੂ ਕੀਤਾ ਗਿਆ ਸੀ। ਤਾਂ ਕਦੋਂ ਲਾਗੂ ਕੀਤਾ ਗਿਆ ਸੀ ਇਹ ਦੱਸਣਾ ਹੈ। ਤਾਂ ਇਹ ਆਪਸ਼ਨ ਹੈ ਜੀ 1857, ਬੀ ਆਪਸ਼ਨ 1860, ਸੀ ਆਪਸ਼ਨ 1862, ਡੀ ਆਪਸ਼ਨ ਹੈ 1877। ਤਾਂ ਕਦੋਂ ਪ੍ਰਤੀਯੋਗੀ ਪ੍ਰੀਖਿਆ ਨੂੰ ਲਾਗੂ ਕੀਤਾ ਗਿਆ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਇਹ ਆਪਸ਼ਨ 1857 ਵਿੱਚ, ਠੀਕ ਹੈ ਜੀ। 1857 ਵਿੱਚ ਜਿਹੜਾ ਹੈ ਪ੍ਰਤੀਯੋਗੀ ਪ੍ਰੀਖਿਆ ਨੂੰ ਲਾਗੂ ਕਰ ਦਿੱਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਸੁਭਾਸ਼ ਚੰਦਰ ਬੋਸ ਨੇ 1939 ਵਿੱਚ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਕਿਹੜੀ ਪਾਰਟੀ ਦਾ ਗਠਨ ਕੀਤਾ ਸੀ? ਤਾਂ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਸੀ 1939 ਦੇ ਵਿੱਚ, ਤਾਂ ਉਸ ਤੋਂ ਬਾਅਦ ਆਪਣੀ ਇੱਕ ਪਾਰਟੀ ਬਣਾਈ ਸੀ। ਕਿਹੜੀ ਪਾਰਟੀ ਦਾ ਗਠਨ ਕੀਤਾ ਸੀ? ਤਾਂ ਇਹ ਆਪਸ਼ਨ ਹੈ ਜੀ ਸਵਰਾਜ ਪਾਰਟੀ,
बी ऑप्शन है कांग्रेस सोशलिस्ट पार्टी, सी ऑप्शन है बंगाल कांग्रेस, डी ऑप्शन है फॉरवर्ड ब्लॉक। तो किहड़ी पार्टी का गठन किया जी सुभाष चंद्र बोस ने बाद विच? तो इसका जिहड़ा राइट आंसर होवेगा जी वो होवेगा डी ऑप्शन फॉरवर्ड ब्लॉक। सुभाष चंद्र बोस ने 1939 में कांग्रेस पार्टी छड्डण तो बाद फॉरवर्ड ब्लॉक पार्टी का गठन किया सी। नैक्सट क्वेश्चन है जी, निम्नलिखित विचों किहड़े मराठा साम्राज के शासक ने तीसरे एंगलो मराठा युद्ध विच भाग नहीं लिया सी? तो इन्हां विचों दसना है जी कि कौन 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 सी जिसने कि मराठा साम्राज्य का शासक सी वो ते तीसरे एंगलो मराठा युद्ध विच भाग नहीं लिया सी। तो ए ऑप्शन है जी महादजी सिंधिया, बी ऑप्शन है मुदोजी भोसले, सी ऑप्शन है मल्हार राव होलकर, डी ऑप्शन है पेशवा बाजीराव दूजा। तो कौन सी जी जिसने कि तीजे मराठा जिहड़ा मराठा दे युद्ध होया सी एंगलो ते मराठा दे विच उहदे विच भाग नहीं लिया सी? तो इसका जिहड़ा राइट आंसर होवेगा जी वो होवेगा ए ऑप्शन महादजी सिंधिया। ठीक है जी, महादजी सिंधिया सी ये कला जिसने कि मराठा साम्राज्य का एक शासक सी ते तीसरे एंगलो मराठा युद्ध विच भाग नहीं लिया सी। ठीक है जी, बाकी तिन्ना ने भाग लिया सी। ठीक है फ्रेंड्स, ये हिस्टरी के इंपॉर्टेंट क्वेश्चन हैं जिहड़े कि SST मास्टर कैडेट भी पूछे जा सकते हैं, तो इन्होंने जरूर कर लियो। तो मेरे चैनल भी जरूर सबसक्राइब कर दो, तो बैल आइकन भी प्रेस कर दो ताकि मेरी वीडियो का नोटिफिकेशन तुहानूं मिल जाए। ठीक है जी, उस तो इलावा जेकर कोई डाउट हो, कोई क्वेरी हो, तुसीं मैनूं कमेंट में पूछ सकते हो, मैं तुहानूं रिप्लाई करने की कोशिश करांगा। ठीक है जी, तो मिलते हैं नैक्सट वीडियो में कुछ होर इंपॉर्टेंट क्वेश्चन के नाल। उद तक लई थैंक यू।